तुम सर अब पतियार क्या कीजै। बचनी तोर मोर मन मानै जन को पूर्ण दीजै। हों बल बल जाऊं रमैया कारने कारण कवन अबो रहा। बहुत जन्म बिछरे थे माधो यह जन्म तुम्हारे लिखे। कह रविदास आस लग जीवों चिर भयो दर्शन देखे। कह रविदास आस लग जीवों चिर भयो दर्शन देखे। कह रविदास आस लग जीवों चिर भयो दर्शन देखे। जुगो जुग अटल चवर छतर तख दे मालिक हाजरा हजूर ਜ਼ਾਰਾ ਜ਼ਹੂਰ। ਸ਼ਬਦ ਗੁਰੂ ਸਤਿਗੁਰਾਂ ਦੀ ਪਾਵਨ ਹਾਜ਼ੂਰੀ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰ ਮਹਾਰਾਜ ਦੀ ਪਾਵਨ ਬਾਣੀ ਰੱਬੀ ਬਾਣੀ ਦਾ ਆਪ ਜੀਆਂ ਨੇ ਕੀਰਤਨ ਸਰਵਣ ਕੀਤਾ ਹੈ। ਸਮਾਂ ਹੈ ਸਾਧ ਸੰਗਤ ਜੀ ਗੁਰਮਤਿ ਵਿਚਾਰਾਂ ਦਾ। ਸ਼ੇਖ ਫਰੀਦ ਸਾਹਿਬ ਬਾਬਾ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਰੰਭੀ ਹੋਈ ਹੈ। ਅੱਜ ਦਾ ਪਾਵਨ ਸ਼ਲੋਕ ਬਾਬਾ ਫਰੀਦ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ 41 ਨੰਬਰ ਸ਼ਲੋਕ ਹੈ। ਪਹਿਲਾਂ ਇਸ ਸ਼ਲੋਕ ਨੂੰ ਸਰਵਣ ਕਰੀਏ, ਉਸ ਤੋਂ ਬਾਅਦ ਸ਼ਲੋਕ ਦਾ ਭਾਵ ਜੋ ਹੈ ਬਾਬਾ ਫਰੀਦ ਸਾਹਿਬ ਨੇ ਬਖਸ਼ਿਆ ਉਹਨੂੰ ਵਿਚਾਰਾਂਗੇ। ਸਤਿਗੁਰ ਰਹਿਮਤ ਕਰਨ। ਆਓ ਸਾਰੇ ਰਲ ਕੇ ਪਹਿਲੇ ਸ਼ਬਦ ਦੇ ਨਾਲ ਸਾਂਝ ਪਾਈਏ ਜੀ। ਸਤਨਾਮ ਵਾਹਿਗੁਰੂ ਜੀ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆਂ ਜੀਵਣਾ ਭੀ ਧਨ ਹੋਸੀ ਖੇਹ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆਂ ਜੀਵਣਾ ਭੀ ਧਨ ਹੋਸੀ ਖੇਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਫਰੀਦ ਸਾਹਿਬ ਜੀ ਨੇ ਇਸ ਪਾਵਨ ਸ਼ਲੋਕ ਅੰਦਰ ਜੋ ਰਹਿਮਤ ਕੀਤੀ ਹੈ, ਇਨਸਾਨ ਨੂੰ ਸਮਝਾਉਣ ਲਈ ਬਾਬਾ ਫਰੀਦ ਸਾਹਿਬ ਨੇ ਇਸ ਸ਼ਲੋਕ ਨੂੰ ਆਪਣੇ ਉੱਪਰ ਜਿਹੜਾ ਹੈ ਉਹ ਲਗਾ ਕੇ ਉਚਾਰਨ ਕੀਤਾ ਹੈ। ਰੱਬੀ ਬਾਣੀ ਜਦੋਂ ਪੜ੍ਹਦੇ ਹਾਂ ਕਿਸੇ ਵੀ ਗੁਰੂ ਸਾਹਿਬਾਨ ਦੀ, ਤੇ ਉਹਨਾਂ ਨੇ ਆਪਣੇ ਉੱਪਰ ਇੰਜ ਕਹਿ ਲਵਾਂ ਕਿ ਫਸਟ ਪਰਸਨ ਪਰ ਉਚਾਰਨ ਕੀਤੀ ਹੈ। ਫਿਰ ਸੈਕੰਡ ਪਰਸਨ ਜਿੱਥੇ ਉਪਦੇਸ਼ ਬਖਸ਼ਿਆ ਹੈ ਉੱਥੇ ਸੈਕੰਡ ਪਰਸਨ ਪਰ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ। ਹੁਣ ਇੱਥੇ ਬਾਬਾ ਫਰੀਦ ਸਾਹਿਬ ਜੋ ਪਰਮੇਸ਼ਰ ਦੀ ਭਗਤੀ ਦੇ ਵਿੱਚ ਰੰਗੇ ਹੋਏ ਇੱਕ ਮਿਕ ਨੇ, ਪਰ ਬਾਬਾ ਫਰੀਦ ਸਾਹਿਬ ਆਪਣੇ ਉੱਪਰ ਇਹ ਸ਼ਲੋਕ ਇਹ ਸ਼ਬਦ ਜਿਹੜਾ ਹੈ ਲਗਾ ਕੇ ਉਚਾਰਨ ਕਰਦੇ ਨੇ ਕਿ ਬੁੱਢਾ ਹੋਆ ਸ਼ੇਖ ਫਰੀਦ। ਬਾਬਾ ਫਰੀਦ ਸਾਹਿਬ ਜੀ ਦੀ ਹੁਣ ਉਮਰ ਬੁਢਾਪੇ ਦੀ ਹੈ ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇਹ। ਹੁਣ ਇਹ ਦੇਹ ਜਿਹੜੀ ਹੈ ਉਹ ਕੰਬ ਰਹੀ ਹੈ, ਜਿਸ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਦੇ ਨੇ ਕਿ ਸਿਰ ਕੰਪਿਓ ਪੱਗ ਡਗ ਮਗੇ ਨੈਣ ਜੋਤੇ ਹੀਨ। ਬਾਬਾ ਫਰੀਦ ਸਾਹਿਬ ਨੇ ਮਾਨੋ ਬਿਰਧ ਅਵਸਥਾ ਦਾ ਉਹ ਚਿੱਤਰ ਖਿੱਚਿਆ ਹੋਏ, ਜਿਸ ਹਾਲਤ ਦੇ ਵਿੱਚ ਹੱਥ ਪੈਰ ਜਿਹੜੇ ਨੇ ਉਹ ਵੀ ਕੰਬ ਰਹੇ ਨੇ, ਜ਼ਬਾਨ ਤੋਂ ਬੋਲਿਆ ਹੋਇਆ ਬਚਨ ਉਹ ਵੀ ਸਾਫ਼ ਜਿਹੜਾ ਸਮਝ ਨਹੀਂ ਆਉਂਦਾ,
ਤੇ ਅੱਖਾਂ ਦੇ ਅੰਦਰ ਜੋ ਰੋਸ਼ਨੀ ਹੈ ਉਹ ਵੀ ਕਮਜ਼ੋਰ ਹੋ ਗਈ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ, ਜੇ 100 ਵਰਿਆਂ ਤੋਂ ਭਾਵਦੇ ਸਾਲ, ਜੇ 100 ਸਾਲ ਵੀ ਜੀ ਲੈ ਮਨੁੱਖ, ਭੀ ਤਨ ਹੋਸੀ ਖੇ, ਇੱਕ ਦਿਨ ਇਸਨੇ ਖੇ ਹੋਣਾ ਹੈ। ਜੇ ਇਸ ਮਨੁੱਖ ਨੇ ਸੰਸਾਰ ਦੇ ਵਿੱਚ ਆ ਕੇ ਦੁਨੀਆ ਦੇ ਪਦਾਰਥਾਂ ਦੇ ਵਿੱਚ, ਵਿਸ਼ਗੰਧਲਾਂ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਦਿੱਤਾ, ਤੇ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਭਾਵੇਂ 100 ਸਾਲ ਦੀ ਹੀ ਉਮਰ ਮਨੁੱਖ ਕਿਉਂ ਨਾ ਭੋਗ ਲਏ, ਉਹ ਸਾਰੀ ਦੀ ਸਾਰੀ ਉਮਰ, ਸਾਰੀ ਜ਼ਿੰਦਗੀ ਜਿਹੜੀ ਹੈ ਵਿਅਰਥ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹ ਜਿੰਦ ਸਖਣੀ ਹੀ ਸੰਸਾਰ ਤੋਂ ਜਾਂਦੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਰਹਿਮਤ ਕੀਤੀ। ਕੱਲ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ, ਜਿਨ੍ਹਾਂ ਨੇ 10 ਪੜਾਵਾਂ ਦੀ ਗੱਲ ਕੀਤੀ, ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜੋ ਪਹਿਰੇ ਉਚਾਰਨ ਕੀਤੇ ਨੇ, ਉਹਨਾਂ ਪਹਿਰਿਆਂ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਜ਼ਿੰਦਗੀ ਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਹੈ। ਦੇਖੋ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਬਾਲ, ਜਵਾਨੀ ਅਰ ਬਿਰਧ ਫੁਨ, 3 ਅਵਸਥਾ ਜਾਨ। ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ 10 ਹਿੱਸਿਆਂ ਦੇ ਵਿੱਚ ਵੀ ਡਿਵਾਈਡ ਕੀਤਾ ਹੈ। ਤੇ ਅੱਜ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜੋ ਪਾਵਨ ਬਾਣੀ ਪਹਿਰਿਆਂ ਦੇ ਵਿੱਚ ਹੈ, ਪਹਿਰੇ ਬਾਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ। ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਵੀ ਉਚਾਰਨ ਕੀਤੀ ਹੈ, ਤੇ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਨੇ ਵੀ ਪਹਿਰਿਆਂ ਦੇ ਵਿੱਚ ਬਾਣੀ ਉਚਾਰੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜ਼ਿੰਦਗੀ ਨੂੰ 4 ਪਹਿਰਿਆਂ ਦੇ ਵਿੱਚ, 4 ਪਹਿਰਾਂ ਦੇ ਵਿੱਚ ਵੰਡਿਆ ਹੈ। ਜੇ ਸਤਿਗੁਰੂ ਮਹਾਰਾਜ ਆਖਦੇ ਨੇ ਕਿ 4 ਪਹਿਰਾਂ ਦੇ ਅੰਦਰ ਜ਼ਿੰਦਗੀ ਗੁਜ਼ਰ ਗਈ, ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਨਹੀਂ ਟਿਕਿਆ, ਤੇ ਜੋ ਅੱਜ ਬਾਬਾ ਫਰੀਦ ਕਹਿ ਰਹੇ ਨੇ ਕਿ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ, ਇਸ ਦੇਹ ਨੇ ਤੇ ਇੱਕ ਦਿਨ ਖਾਕ ਹੋ ਹੀ ਜਾਣਾ ਹੈ, ਮਿੱਟੀ ਹੋ ਹੀ ਜਾਣਾ ਹੈ, ਪਰ ਮਿੱਟੀ ਤੋਂ ਪਹਿਲਾਂ ਤੂੰ ਨਿਰੰਕਾਰ ਪਰਮਾਤਮਾ ਦੇ ਨਾਲ ਮਿਲ ਜਾਏ। ਗੁਰੂ ਨਾਨਕ ਸੱਚੇ ਪਾਤਸ਼ਾਹ ਰਹਿਮਤ ਕਰਦੇ ਨੇ। ਮਹਾਰਾਜ ਆਖਦੇ ਨੇ ਕਿ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਸਤਿਗੁਰੂ ਮਹਾਰਾਜ ਆਖਦੇ ਕਿ ਪਹਿਲੇ ਪਹਿਰੇ, ਰਾਤ ਦਾ ਪਹਿਲਾ ਪਹਿਰ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਪ੍ਰਭੂ ਦੇ ਹੁਕਮ ਦੇ ਵਿੱਚ, ਮਾਲਕ ਦੀ ਰਜ਼ਾ ਦੇ ਅੰਦਰ ਤੇਰਾ ਗਰਭ ਦੇ ਅੰਦਰ ਧਾਰਨ ਹੋਇਆ। ਮਾਤਾ ਦੇ ਗਰਭ ਦੇ ਵਿੱਚ ਆ ਕੇ ਇਹ ਇਨਸਾਨ ਤੂੰ ਆ ਕੇ ਟਿਕਿਆ ਹੈ, ਪਰ ਪਰਮਾਤਮਾ ਦੀ ਕਿਰਪਾ ਨਾਲ, ਰੱਬ ਦੇ ਹੁਕਮ ਦੇ ਨਾਲ, ਕਿ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਫਿਰ ਅੱਗੇ ਆਖਦੇ ਨੇ, ਉਰਦ ਤਪ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਮਾਤਾ ਦੇ ਗਰਭ ਦੇ ਅੰਦਰ ਜੇ ਉੱਥੇ ਟਿਕਿਆ ਹੋਇਆ ਉਰਦ ਤਪ ਕਰੇ, ਉਰਦ ਤੋਂ ਭਾਵਨਾ ਪੁੱਠਾ ਹੋ ਕੇ, ਮਾਤਾ ਦੇ ਗਰਭ ਦੇ ਅੰਦਰ ਜੀਵ ਜਿਹੜਾ ਹੈ ਉਹ ਪੁੱਠਾ ਲਟਕਿਆ ਹੋਇਆ ਹੈ, ਪਰ ਉਸ ਵੇਲੇ ਵੀ ਉਹਦਾ ਧਿਆਨ ਨਿਰੰਕਾਰ ਪਰਮਾਤਮਾ ਦੇ ਨਾਲ ਹੈ, ਪਰਮੇਸ਼ਰ ਦੇ ਨਾਲ ਉਹ ਜੁੜਿਆ ਹੋਇਆ ਹੈ। ਉਰਦ ਤਪ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਦੇ ਚਰਨਾਂ ਦੇ ਵਿੱਚ ਉਹ ਅਰਦਾਸ ਕਰਦਾ ਹੈ, ਮਾਲਕ ਦੇ ਚਰਨਾਂ ਦੇ ਵਿੱਚ ਉਹ ਜੁੜਿਆ ਹੋਇਆ ਹੈ। ਦੇਖੋ, ਅੱਜ ਜੋ ਸਿੱਖ ਧਰਮ ਦੀ ਅਰਦਾਸ ਹੈ, ਅਕਾਲ ਤਖਤ ਤੋਂ ਸਾਰੀ ਰਹਿਤ ਮਰਿਆਦਾ ਅੰਦਰ, ਸਾਰੇ ਗੁਰੂ ਧਾਮਾਂ ਦੇ ਵਿੱਚ ਉਹ ਅਰਦਾਸ ਕੀਤੀ ਜਾਂਦੀ ਹੈ। ਪਰ ਜਦੋਂ ਜੀ ਮਾਤਾ ਦੇ ਘਰ ਦੇ ਅੰਦਰ ਟਿਕਿਆ ਹੋਇਆ ਹੈ, ਉਸ ਵੇਲੇ ਉਸ ਦੀ ਆਪਣੀ ਅਰਦਾਸ ਹੈ, ਉਹ ਯਾਦ ਹੈ, ਉਹ ਸਿਮਰਨ ਹੀ ਹੈ ਜਿਹੜਾ ਅਰਦਾਸ ਦਾ ਰੂਪ ਬਣ ਗਿਆ। ਮਹਾਰਾਜ ਆਖਦੇ ਨੇ ਕਿ ਉਰਦ ਤਪ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਖਸਮ ਦੇ ਚਰਨਾਂ ਦੇ ਵਿੱਚ, ਮਾਲਕ ਦੇ ਚਰਨਾਂ ਦੇ ਵਿੱਚ ਉਹ ਜੁੜ ਕੇ ਅਰਦਾਸ ਕਰਦਾ ਹੈ, ਜਿਸ ਨੂੰ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੈਸਰੀ ਰਾਗ ਅੰਦਰ ਇਸ ਤਰ੍ਹਾਂ ਬਿਆਨ ਕਰਦੇ ਨੇ, ਮੁਖ ਤਲੈ ਪੈਰ ਉਪਰੇ, ਕਿ ਮਾਤਾ ਦੇ ਗਰਭ ਅੰਦਰ ਟਿਕਿਆ ਹੋਇਆ ਜੇ ਉਹਦਾ ਮੁਖ ਤਲੇ ਤੋਂ ਭਾਵ ਮੁਖ ਥੱਲੇ ਹੈ, ਪੈਰ ਉੱਪਰੇ ਪੁੱਠਾ ਲਟਕਿਆ ਹੋਇਆ ਹੈ। ਮੁਖ ਤਲੇ ਪੈਰ ਉੱਪਰੇ ਵਸੰਦੋ ਕੁਹਤੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ ਉਧਰੈ ਜਿਸ ਦੇ ਨਾਏ।
ਜਿਸ ਦੇ ਨਾਮ ਤੋਂ ਜੀਵ ਇਨਸਾਨ ਤੋਂ ਉਧਰਨਾ ਹੈ, ਉਸ ਪ੍ਰਭੂ ਦੇ ਨਾਮ ਨੂੰ ਤੂੰ ਕਿਉਂ ਵਿਸਾਰਦਾ ਹੈ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਅੱਜ ਰਹਿਮਤ ਕੀਤੀ। ਮਹਾਰਾਜ ਆਖਦੇ ਨੇ ਕਿ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ ਉਰਦ ਤਪ ਕਰੇ ਵਣਜਾਰਿਆ ਮਿੱਤਰਾ। ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ, ਖਸਮ ਸੇਤੀ ਅਰਦਾਸ ਵਖਾਣੈ। ਉਰ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ। ਬਿਨਾਂ ਮਰਿਆਦਾ ਤੋਂ ਭਾਵ ਕਿ ਉਹ ਸੰਸਾਰ ਦੇ ਬਿਨਾਂ ਕੱਪੜਿਆਂ ਤੋਂ ਆਇਆ ਹੈ। ਨਾ ਮਰਜਾਦ ਆਇਆ ਕਲ ਭੀਤਰ, ਬਹੁੜ ਜਾਸੀ ਨਾਂਗਾ। ਜੈਸੀ ਕਲਮ ਉੱਠੀ ਹੈ ਮਸਤਕ, ਤੈਸੀ ਜਿਹੜੇ ਪਾਸ। ਕੋਹ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗਰਭਾਸ। ਪਰਮਾਤਮਾ ਦੇ ਹੁਕਮ ਦੇ ਵਿੱਚ ਉਹ ਮਾਂ ਦੇ ਗਰਭ ਦੇ ਅੰਦਰ ਟਿਕੇ ਹੈ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੂਜੇ ਪਹਿਰ ਦੀ ਗੱਲ ਕੀਤੀ। ਮਹਾਰਾਜ ਆਖਦੇ ਨੇ ਕਿ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜਦੋਂ ਜੀਵ ਸੰਸਾਰ ਦੇ ਵਿੱਚ ਆਇਆ ਨਾ, ਉਸ ਦਾ ਧਿਆਨ ਜੋ ਲਿਵ ਲੱਗੀ ਹੋਈ ਸੀ ਉਹ ਲਿਵ ਟੁੱਟ ਗਈ, ਲਿਵ ਛੁੱਟ ਗਈ। ਜਿਸ ਨੂੰ ਧੰਨ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ, ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਮਾਇਆ ਨੇ ਐਸਾ ਅਮਰ ਵਰਤਾਇਆ, ਕੋਤਕ ਵਰਤਾਇਆ ਕਿ ਜੀਵ ਦਾ ਜੋ ਧਿਆਨ ਮਾਤਾ ਦੇ ਗਰਭ ਦੇ ਪਰਮੇਸ਼ਰ ਦੇ ਚਰਨਾਂ 'ਚ ਲੱਗਾ ਹੋਇਆ ਸੀ, ਉਹ ਧਿਆਨ ਟੁੱਟ ਗਿਆ। ਉਹ ਕਿ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਉਹਦਾ ਧਿਆਨ ਸੁਰਤ ਜਿਹੜੀ ਹੈ ਉਹ ਵਿਸਰ ਗਈ ਹੈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਤੇ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਇੱਥੋਂ ਤੱਕ ਆਖਦੇ ਨੇ ਕਿ ਜਦੋਂ ਜੀਵ ਸੰਸਾਰ ਦੇ ਵਿੱਚ ਆਂਦਾ ਹੈ ਨਾ, ਤੇ ਆਂਦਿਆਂ ਹੋਇਆਂ ਹੀ ਬੱਚਾ ਰੋਂਦਾ ਹੈ। ਤੇ ਜਿਵੇਂ ਬੱਚਾ ਰੋਇਆ, ਘਰ ਵਾਲਿਆਂ ਨੇ ਵਧਾਈਆਂ ਦੇਣੀਆਂ ਸ਼ੁਰੂ ਕਰਤੀਆਂ ਕਿ ਦੇਖੋ ਜੀ, ਘਰ ਦੇ ਅੰਦਰ ਨਵਾਂ ਮਹਿਮਾਨ ਆ ਗਿਆ, ਘਰ ਦੇ ਅੰਦਰ ਬੱਚੇ ਨੇ ਜਨਮ ਲਿਆ ਹੈ। ਬੱਚੇ ਦੇ ਰੋਣ ਦੀ ਕਿਲਕਾਰੀ ਪਈ ਤੇ ਘਰ ਦੇ ਲੋਕ ਵਧਾਈਆਂ ਦੇਣ ਲੱਗ ਪਏ। ਕਿਸੇ ਨੇ ਪੁੱਛਿਆ ਹੀ ਨਹੀਂ ਕਿ ਤੇਰੇ ਰੋਣ ਦਾ ਕਾਰਨ ਕੀ ਹੈ। ਇਸੇ ਕਰਕੇ ਜਿਤਨੇ ਵੀ ਮਹਾਪੁਰਸ਼ ਆਏ, ਰੱਬੀ ਦੇਵੀ ਅਵਤਾਰੀ ਪੁਰਸ਼ ਆਏ, ਉਹਨਾਂ ਨੇ ਸੰਸਾਰ 'ਚ ਆ ਕੇ ਉਹ ਕੁਰਲਾਏ ਨਹੀਂ, ਰੋਏ ਨਹੀਂ। ਉਹ ਸੰਸਾਰ ਦੇ ਵਿੱਚ ਵੀ ਸੁਰਤ ਉਸੇ ਤਰ੍ਹਾਂ ਜੁੜੀ ਹੋਈ ਹੈ ਜਿਵੇਂ ਪਹਿਲਾਂ ਜੁੜੀ ਹੈ। ਬਾਬਾ ਨਾਨਕ ਸੰਸਾਰ ਦੇ ਵਿੱਚ ਆਂਦੇ ਨੇ, ਕੀ ਆਂਦਿਆਂ ਬਾਬੇ ਨਾਨਕ ਨੇ ਰੋਣਾ ਕੀਤਾ? ਨਹੀਂ, ਕਿਉਂਕਿ ਧਿਆਨ ਅਜੇ ਵੀ ਲੱਗਾ ਹੋਇਆ ਹੈ। ਭਾਈ ਗੁਰਦਾਸ ਜੀ ਨੂੰ ਪੁੱਛਦੇ ਹਾਂ ਕਿ ਬੱਚਾ ਰੋਇਆ ਕਿਉਂ? ਭਾਈ ਗੁਰਦਾਸ ਜੀ ਆਪਣੀ ਬਾਣੀ ਆਖਦੇ ਨੇ ਕਿ ਰੋਵੇ ਰਤਨ ਗਵਾਏ ਕਹਿ, ਮਾਇਆ ਮੋਹ ਅੰਧੇਰ ਗੁਬਾਰਾ। ਕਿ ਬੱਚਾ ਤਾਂ ਰੋਇਆ, ਉਹਦਾ ਧਿਆਨ, ਉਹਦੀ ਸੁਰਤ ਟੁੱਟੀ। ਕਿ ਰੋਵੇ ਰਤਨ ਗਵਾਏ ਕਹਿ, ਮਾਇਆ ਮੋਹ ਅੰਧੇਰ ਗੁਬਾਰਾ। ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਿਵਾਰਾ। ਸਾਰਾ ਪਰਿਵਾਰ ਹੱਸ ਹੱਸ ਕੇ ਵਧਾਈਆਂ ਦਿੰਦਾ ਹੈ, ਗਾਉਂਦਾ ਹੈ ਕਿ ਦੇਖੋ ਬੱਚੇ ਨੇ ਜਨਮ ਲੈ ਲਿਆ। ਪਰ ਉਹਦੇ ਸੁਰਤ ਟੁੱਟਣ ਦਾ ਕਾਰਨ ਸੀ ਕਿ ਬੱਚਾ ਸੰਸਾਰ ਦੇ ਵਿੱਚ ਆ ਕੇ ਰੋਇਆ ਹੈ। ਕਬੀਰ ਸਾਹਿਬ ਤਾਂ ਹੀ ਆਖਦੇ ਨੇ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ, ਇਤਨਾ ਕੁ ਨਾ ਜਾਣੈ ਕਿ ਦਿਨ ਦਿਨ ਔਧ ਘਟਤ ਹੈ। ਕਿ ਇਹ ਦਿਨ ਦਿਨ ਕਰਕੇ ਘਟ ਰਿਹਾ ਹੈ। ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਨੇ ਕਿ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ। ਜੂ ਜਸੁਦਾ ਘਰ ਕਾਨ, ਹੱਥਾਂ ਦੇ ਵਿੱਚ ਉਸ ਬੱਚੇ ਨੂੰ ਨਚਾਇਆ ਜਾਂਦਾ ਹੈ। ਇੰਜ ਕਹਿਵਾ ਕਿ ਬੱਚੇ ਨੂੰ ਪਿਆਰ ਦੇ ਜਦੋਂ ਛਾਲਦੇ ਨੇ, ਜੋ ਜਸੁਦਾ ਘਰ ਕਾਨ, ਜਸੁਦਾ ਤੋਂ ਭਾਵ ਜਸੋਦਾ ਜੀ। ਜਨਮ ਦੇਵਕੀ ਨੇ ਦਿੱਤਾ, ਪਰ ਜਸ਼ੋਦਾ ਦੇ ਘਰ ਆ ਕੇ ਕ੍ਰਿਸ਼ਨ ਉਹਨਾਂ ਦੇ ਹੱਥਾਂ ਦੇ ਵਿੱਚ ਨੱਚ ਰਿਹਾ ਹੈ। ਬਾਬਾ ਨਾਨਕ ਆਖਦੇ ਨੇ ਕਿ ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜੋ ਜਸੁਦਾ ਕਰ ਕਾਨ। ਹੱਥੋਂ ਹੱਥ ਨਚਾਈਐ ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਕਿ ਜੀ ਤੂੰ ਮਾਇਆ ਦੇ ਮੋਹ ਦੇ ਅੰਦਰ ਜਕੜਿਆ ਹੋਇਆ, ਸੱਚ ਤੇ ਇਹ ਹੈ ਕਿ ਤੇਰਾ ਕੋਈ ਵੀ ਨਹੀਂ ਹੈ। ਮੋਹ ਦੀਆਂ ਤੰਦਾਂ ਜੜੀਆਂ ਨੇ ਉਹ ਸੰਸਾਰ ਦੇ ਪਈਆਂ ਹੋਈਆਂ ਨੇ। ਗੁਰਦੇਵ ਆਖਦੇ ਨੇ ਕਿ ਜਿਸ ਮਾਲਕ ਨੇ ਤੈਨੂੰ ਸਿਰਜਿਆ ਹੈ, ਜਿਸ ਮਾਲਕ ਨੇ ਤੈਨੂੰ ਪੈਦਾ ਕੀਤਾ ਹੈ, ਜਿਹਨੇ ਤੈਨੂੰ ਸਵਾਰਿਆ ਹੈ, ਜਿਹਨੇ ਸ਼ਿੰਗਾਰਿਆ ਹੈ, ਉਸ ਮਾਲਕ ਦਾ ਧਿਆਨ ਕਰ। ਸੁਖਮਨੀ ਸਾਹਿਬ ਦੀ ਬਾਣੀ ਅੰਦਰ
ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਖਦੇ ਕਿ ਰਮਈਆ ਕੇ ਗੁਣ ਚੇਤ ਪ੍ਰਾਨੀ, ਇਹ ਪ੍ਰਾਣੀ, ਇਹ ਇਨਸਾਨ ਉਸ ਸੋਹਣੇ ਰਾਮ ਦੇ ਗੁਣਾਂ ਨੂੰ ਚੇਤ, ਉਸ ਪ੍ਰਭੂ ਨੂੰ ਯਾਦ ਕਰ। ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਤੇਰਾ ਮੂਲ ਕੀ ਸੀ, ਤੇਰੀ ਹੋਂਦ ਕੀ ਸੀ? ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਰੱਬ ਨੇ ਤੈਨੂੰ ਸੋਹਣਾ ਸਰੂਪ ਦੇ ਦਿੱਤਾ। ਫਿਰ ਇੱਥੇ ਹੀ ਨਹੀਂ, ਮਹਾਰਾਜ ਆਖਦੇ ਨੇ ਕਿ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਸ ਮਾਲਕ ਨੇ ਤੈਨੂੰ ਸਾਜਿਆ ਹੈ, ਜਿਸ ਪ੍ਰਮਾਤਮਾ ਨੇ ਤੈਨੂੰ ਸ਼ਿੰਗਾਰਿਆ ਹੈ, ਪੈਦਾ ਕਰਨ ਵਾਲਾ ਵੀ ਉਹ ਹੈ, ਸਾਜਣ ਵਾਲਾ, ਸਵਾਰਨ ਵਾਲਾ ਅੰਗਾਂ ਦੇ ਨਾਲ, ਤੇ ਇਹਨਾਂ ਦੇ ਅੰਦਰ ਜੋ ਤਾਕਤ ਹੈ ਦੇਖਣ ਦੀ, ਸੁਣਨ ਦੀ, ਗਾਣ ਦੀ, ਬੋਲਣ ਦੀ, ਤੁਰਨ ਦੀ, ਇਹਨਾਂ ਦੇ ਨਾਲ ਸ਼ਿੰਗਾਰਨ ਵਾਲਾ ਹੀ ਪਰਮਾਤਮਾ ਹੈ। ਕਿ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ। ਮਾਤਾ ਦੇ ਗਰਭ ਦੇ ਅੰਦਰ ਹੀ ਉਬਾਰਨ ਵਾਲਾ ਉਹ ਹੈ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਜਦੋਂ ਬਾਲਪਨ ਹੈ ਤੇ ਮਾਂ ਦੇ ਜਰੀਏ ਦੁੱਧ ਦਾ ਪ੍ਰਬੰਧ ਕੀਤਾ ਪਰਮਾਤਮਾ ਨੇ। ਫਿਰ ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ, ਭਰ ਜੋਬਨ ਵਿੱਚ ਆਇਆ ਭੋਜਨ ਸੁਖ ਸੋਧ, ਭੋਜਨ ਤੇ ਦੁਨੀਆ ਦੇ ਸੁਖ ਤੇਰੀ ਝੋਲੀ ਅੰਦਰ ਪਏ। ਬਿਰਧ ਭਿਆ ਉਪਰ ਸਾਗ ਸੈਰ, ਜਦੋਂ ਬਿਰਧ ਹੋ ਗਿਆ, ਰਿਸ਼ਤੇਦਾਰ ਨੇ, ਪਰਿਵਾਰ ਦੇ ਜੀਅ ਨੇ, ਉਹ ਬੈਠਿਆਂ ਹੋਇਆਂ ਤੇਰੇ ਮੁਖ ਦੇ ਅੰਦਰ ਨਿਵਾਲਾ ਦੇ ਰਹੇ ਨੇ, ਤੇਰੀ ਸੰਭਾਲ ਕਰ ਰਹੇ ਨੇ। ਬਿਰਧ ਭਿਆ ਉਪਰ ਸਾਗ ਸੈਨ, ਮੁਖ ਅਪਿਆਓ ਬੈਠ ਕੋ ਦੈਨ। ਗੁਰੂ ਅਰਜਨ ਦੇਵ ਪਾਤਸ਼ਾਹ ਅਰਦਾਸ ਕਰਦੇ ਨੇ ਕਿ ਇਹ ਨਿਰਗੁਣ ਗੁਣ ਕਛੂ ਨਾ ਬੁਝੈ, ਬਖਸ਼ ਲਿਓ ਤੋ ਨਾਨਕ ਸੀਜੈ। ਦਾਤਾ ਤੂੰ ਬਖਸ਼ ਲੈ ਇਸ ਨੂੰ, ਕਿਉਂਕਿ ਮਾਲਕ ਤੇਰੇ ਗੁਣਾਂ ਦੀ ਕਦਰ ਇਸਨੇ ਪਾਈ ਨਹੀਂ। ਧੰਨ ਸਤਿਗੁਰੂ ਮਹਾਰਾਜ ਇਸ ਪਾਵਨ ਬਾਣੀ ਅੰਦਰ ਰਹਿਮਤ ਕਰਦੇ ਨੇ। ਮਹਾਰਾਜ ਆਖਦੇ ਨੇ ਕਿ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ। ਜੋ ਜਸਦਾ ਕਰਕਾਨ, ਹੱਥੋਂ ਹੱਥ ਨਚਾਈਏ ਵਣਜਾਰਿਆ ਮਿੱਤਰਾ। ਜੂ ਜਸਦਾ ਕਰਕਾਨ, ਹੱਥੋਂ ਹੱਥ ਨਚਾਈਏ। ਮਾਤ ਕਹਿ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਹੁਣ ਤੀਜੇ ਪਹਿਰੇ ਅੰਦਰ, ਤੀਸਰੇ ਪਹਿਰੇ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਨੇ ਕਿ ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਬਨ ਸਿਉ ਚਿੱਤ। ਧਨ ਦੇ ਅੰਦਰ, ਜਵਾਨੀ ਅੰਦਰ ਹੁਣ ਜੀਵ ਦਾ ਚਿੱਤ ਲੱਗਾ ਹੋਇਆ ਹੈ, ਜਿਸ ਨੂੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਦੇ ਨੇ ਕਿ ਧਨ ਜੋਬਨ ਪ੍ਰਭਤਾ ਕੈ ਮਦ ਮੈਂ, ਐ ਨਿਸ ਰਹਿ ਦੀਵਾਨਾ। ਜੀਵ ਕੋਲ ਧਨ ਦੌਲਤ ਆ ਜਾਏ ਉਸ ਦਾ ਵੀ ਗੁਮਾਨ, ਹੁਣ ਜਵਾਨੀ ਦਾ ਵੀ ਗੁਮਾਨ, ਤੇ ਪ੍ਰਭਤਾ ਤੋਂ ਭਾਵ ਜੇ ਕੋਈ ਡਿਗਰੀ ਮਿਲ ਗਈ, ਜੇ ਕੋਈ ਪੋਸਟ ਮਿਲ ਗਈ, ਜੇ ਕੋਈ ਅਹੁਦਾ ਮਿਲ ਗਿਆ, ਬਸ ਇਹਨਾਂ ਅੰਦਰ ਹੀ ਜੀਵ ਜਿਹੜਾ ਹੈ, ਜੀਵ ਸੰਸਾਰ ਨੂੰ ਤੇ ਕੀ ਨਿਰੰਕਾਰ ਨੂੰ ਵੀ ਭੁਲਾ ਦਿੰਦਾ ਹੈ। ਸਤਿਗੁਰੂ ਮਹਾਰਾਜ ਆਖਦੇ ਨੇ ਕਿ ਜੀਵ ਦੀ ਹਾਲਤ ਇਹ ਹੈ ਕਿ ਧਨ ਜੋਬਨ ਪ੍ਰਭਤਾ ਕੈ ਮਦ ਮੈਂ ਅਹਨਿਸ ਰਹਿ ਦੀਵਾਨਾ। ਇਹ ਰਾਤ ਦਿਨ ਦੀਵਾਨਾ ਹੋਇਆ ਪਿਆ। ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਆਖਿਆ ਕਿ ਤੀਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਧਨ ਜੋਬਨ ਮੈਂ ਚਿੱਤ, ਹਰ ਕਾ ਨਾਮ ਨਾ ਚੇਤੈ ਵਣਜਾਰਿਆ ਮਿੱਤਰਾ। ਬੱਧਾ ਛੁੱਟੈ ਜਿੱਤ, ਜੇ ਪਰਮਾਤਮਾ ਦਾ ਨਾਮ ਤੂੰ ਸਿਮਰ ਲੈ ਤੇ ਬੱਧਾ ਹੋਇਆ ਛੁੱਟ ਸਕਦਾ ਹੈ। ਫਿਰ ਅਖੀਰਲਾ ਪਹਿਲਾ ਚੌਥੇ ਪਹਿਰੇ ਅੰਦਰ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਦੇ ਨੇ ਕਿ ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ। ਜ਼ਿਮੀਦਾਰ ਖਿੱਤੇ ਨਾਲ ਸੰਬੰਧ ਰੱਖਣ ਵਾਲੇ ਬਹੁਤਾ ਜਾਣਦੇ ਨੇ ਕਿ ਜਦੋਂ ਫਸਲ ਪੱਕ ਜਾਂਦੀ ਹੈ ਤੇ ਫਿਰ ਉਹ ਮਜ਼ਦੂਰਾਂ ਨੂੰ ਲੈ ਕੇ ਜਾਂਦਾ ਹੈ, ਉਹ ਸਾਰੀ ਫਸਲ ਨੂੰ ਕੱਟ ਲੈਂਦਾ ਹੈ। ਮੈਨੂੰ ਕਹਿਣ ਦੇਣਾ, ਬੁਢਾਪੇ ਤੋਂ ਬਾਅਦ ਮਨੁੱਖ ਦੀ ਜੋ ਫਸਲ ਹੈ ਇਹ ਵੀ ਕੱਟੀ ਜਾਣੀ ਹੈ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਇਸੇ ਪਾਸੇ ਅੱਜ ਸਮਝਾ ਰਹੇ ਨੇ। ਮਹਾਰਾਜ ਆਖਦੇ ਨੇ ਕਿ ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੈ ਨਾ ਮਿਲਿਆ ਭੇਤ। ਜਦੋਂ ਜਮ ਆ ਕੇ ਪਕੜ ਕੇ ਚਲਾਉਂਦਾ ਨਾ, ਤੋਰ ਲੈਂਦਾ ਅੱਗੇ, ਫਿਰ ਭੇਤ ਕਿਸ ਨੂੰ ਨਹੀਂ ਦਿੰਦਾ।
ਪਰ ਕੇਵਲ ਇਹ ਨਹੀਂ ਕਿ ਲਾਵੀ ਖੇਤ ਆਏਗਾ ਬੁਢਾਪੇ ਵੇਲੇ ਹੀ। ਇਹ ਤੇ ਰੱਬ ਦੀ ਆਪਣੀ ਫਸਲ ਹੈ। ਜੈਸੇ ਕਿਰਸਾਨ ਬੋਵੇ ਕਿਰਸਾਣੀ, ਕਾਚੀ ਪਾਕੀ ਬਾਢ ਪਰਾਨੀ। ਇਹ ਪਰਮਾਤਮਾ ਦੀ ਆਪਣੀ ਫਸਲ ਹੈ, ਭਾਵੇਂ ਜਵਾਨੀ ਅੰਦਰ ਭਾਵੇਂ ਬੁਢੇਪੇ ਅੰਦਰ ਉਸ ਮਾਲਕ ਦੀ ਖੇਤੀ ਹੈ। ਸਤਿਗੁਰ ਮਹਾਰਾਜ ਆਖਦੇ ਨੇ ਕਿ ਜੈਸੇ ਕਿਰਸਾਨ ਬੋਵੇ ਕਿਰਸਾਣੀ, ਕਾਚੀ ਪਾਕੀ ਬਾਢ ਪਰਾਨੀ, ਜੋ ਜਨਮੈ ਸੋ ਜਾਨੋ ਮੁਆ ਗੋਬਿੰਦ ਭਗਤ ਅਸਥਿਰ ਹੈ ਥੀਆ। ਦਿਨ ਤੇ ਸਰ ਪਰ ਪੋਸੀ ਰਾਤ, ਇਹ ਜ਼ਿੰਦਗੀ ਦਾ ਸਿਧਾਂਤ ਹੈ। ਔਰ ਇਹ ਸ੍ਰਿਸ਼ਟੀ ਦਾ ਵੀ ਸਿਧਾਂਤ ਹੈ ਕਿ ਦਿਨ ਤੋਂ ਬਾਅਦ ਰਾਤ ਪਏਗੀ ਹੀ, ਜਨਮ ਤੋਂ ਬਾਅਦ ਮੌਤ ਨੇ ਆਣਾ ਹੀ ਹੈ। ਦੇਖੋ ਨਾ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਆਖਦੇ ਨੇ ਕਿ ਲਾਵੀ ਆਇਆ ਖੇਤ। ਹੁਣ ਖੇਤ ਬੁਢਾਪੇ ਦੇ ਵਿੱਚ ਲਾਵੀ ਆ ਗਏ ਆ। ਤੇ ਮੈਂ ਗੱਲ ਕਰ ਰਿਹਾ ਕਿ ਕੇਵਲ ਬੁਢਾਪਾ ਹੀ ਨਹੀਂ, ਕਬੀਰ ਸਾਹਿਬ ਆਖਦੇ ਨੇ ਕਿ ਹਰੀ ਨਾਹੀ ਨਾ ਡਡੂਰੀ, ਪੱਕੀ ਵੱਢਣ ਹਾਰ। ਇਹ ਰੱਬ ਦੀ ਮਰਜ਼ੀ ਹੈ, ਉਹ ਭਾਵੇਂ ਹਰੀ ਨੂੰ ਵੱਢ ਲੇ ਤੇ ਭਾਵੇਂ ਪੱਕੀ ਨੂੰ ਵੱਢੇ। ਹਰੀ ਨਾਹੀ ਨਾ ਡਡੂਰੀ, ਪੱਕੀ ਵੱਢਣ ਹਾਰ। ਲੈ ਲੈ ਦਾਤ ਪਹੁਤਿਆ, ਦਾਤਾਂ ਲੈ ਕੇ, ਜੋ ਦਾਤਰੀ ਹੁੰਦੀ ਹੈ ਕੱਟਣ ਵਾਸਤੇ, ਲਾਵੇ ਕਰ ਤਿਆਰ। ਲਾਵੇ ਲੈ ਕੇ ਆਇਆ, ਮਜ਼ਦੂਰ ਲੈ ਕੇ ਆਇਆ ਜਾਂ ਹੋਵਾ ਹੁਕਮ ਕਿਰਸਾਨ ਦਾ, ਤਾਂ ਲੁਣ ਮਿਣਿਆ ਖੇਤਾਰ। ਜਦੋਂ ਮਾਲਕ ਦਾ ਹੁਕਮ ਹੁੰਦਾ ਤੇ ਸਾਰੇ ਦਾ ਸਾਰਾ ਖੇਤ ਫਿਰ ਲੁਣ ਲਿਆ ਜਾਂਦਾ ਹੈ, ਕੱਟ ਲਿਆ ਜਾਂਦਾ ਹੈ। ਇਹ ਰੱਬ ਦੀ ਖੇਤੀ ਹੈ। ਤੇ ਸਤਿਗੁਰੂ ਮਹਾਰਾਜ ਆਖਦੇ ਨੇ ਕਿ ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ। ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਆ, ਜਾਂ ਜਮ ਪਕੜ ਚਲਾਇਆ। ਜਦੋਂ ਜਮਾਂ ਨੇ ਆ ਕੇ ਪਕੜ ਕੇ ਲੈ ਕੇ ਤੁਰ ਪੈਣੇ, ਤੇ ਬਾਬਾ ਨਾਨਕ ਤਾਂ ਹੀ ਆਖਦੇ ਨੇ, ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ, ਇੱਕ ਫਿਰ ਹੱਸਣ ਪਾਹੇ। ਨਾਨਕ ਏਵ ਨਾ ਜਾਪੇ, ਕਿੱਥੇ ਜਾਏ ਸਮਾਏ। ਜਿੰਦ ਨੇ ਕਿੱਥੇ ਜਾ ਕੇ ਸਮਾਣਾ ਹੈ। ਕਬੀਰ ਸਾਹਿਬ ਦੀ ਇੱਕ ਪੰਕਤੀ ਮੈਨੂੰ ਯਾਦ ਆ ਰਹੀ ਹੈ। ਆਖਦੇ ਨੇ ਕਿ ਦੇਖੋ, ਦੁਨੀਆ ਦੇ ਅੰਦਰ ਵਿਚਰਦਿਆਂ ਹੋਇਆਂ ਮਨੁੱਖ ਨੇ ਰਿਸ਼ਵਤ ਦੇ ਕੇ, ਧਨ ਦੇ ਕੇ ਆਪਣੇ ਬੜੇ ਕਾਰਜ ਸਵਾਰੇ ਨੇ। ਪਰ ਹੈਰਾਨਗੀ ਦੀ ਗੱਲ ਤੇ ਇੱਥੋਂ ਹੋ ਗਈ ਕਿ ਜਦੋਂ ਜਮਦੂਤ ਆਏ ਨਾ, ਮਨੁੱਖ ਨੇ ਜਮਦੂਤਾਂ ਨੂੰ ਵੀ ਰਿਸ਼ਵਤ ਦੇਣ ਦਾ ਯਤਨ ਕੀਤਾ। ਕਬੀਰ ਸਾਹਿਬ ਨੇ ਬਾਣੀ ਦੇ ਵਿੱਚ ਕਿਹਾ ਹੈ, ਉਹ ਆਖਦੇ ਨੇ ਕਿ ਕਰੋ ਅਰਦਾਸ ਗਾਉ ਕਿਛ ਬਾਕੀ। ਜਮਦੂਤ ਆ ਕੇ ਸਿਰ ਦੇ ਉੱਪਰ ਖੜੇ ਹੋ ਗਏ। ਤੇ ਕਬੀਰ ਸਾਹਿਬ ਆਖਦੇ ਨੇ ਕਿ ਜਿਸ ਮਨੁੱਖ ਨੇ ਸਾਰਾ ਜੀਵਨ ਪ੍ਰਭੂ ਦੀ ਭਗਤੀ ਨਹੀਂ ਕੀਤੀ, ਮਾਲਕ ਦਾ ਨਾਮ ਨਹੀਂ ਜਪਿਆ, ਤੇ ਆਖਣ ਲੱਗਾ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਹਾਂ, ਕਰੋ ਅਰਦਾਸ ਗਾਉ ਕਿਛ ਬਾਕੀ। ਕੁਝ ਗਾਉ ਕੇ ਜਿਹੜੇ ਪਿੰਡਾਂ ਨੂੰ, ਕੁਝ ਪਿੰਡ ਜਿਹੜੇ ਨੇ ਅਜੇ ਬਾਕੀ ਨੇ, ਜਿਨ੍ਹਾਂ ਦੇ ਨਾਲ ਮੇਰਾ ਹਿਸਾਬ ਕਿਤਾਬ ਹੈ, ਜਿਨ੍ਹਾਂ ਕੋਲ ਕੁਝ ਲੈਣਾ ਹੈ, ਕੁਝ ਦੇਣਾ ਹੈ। ਕਰੋ ਅਰਦਾਸ ਗਾਉ ਕਿਛ ਬਾਕੀ, ਲੇਹੋ ਨਿਬੇਰ ਆਜ ਕੀ ਰਾਤੀ। ਮੈਨੂੰ ਅੱਜ ਦੀ ਰਾਤ ਦੇ ਦਿਓ, ਮੈਂ ਅੱਜ ਦੀ ਰਾਤ ਦੇ ਰਾਤ ਜੋ ਲੈਣਾ ਦੇਣਾ ਹੈ ਉਹ ਮੈਂ ਹਿਸਾਬ ਕਿਤਾਬ ਪੂਰਾ ਕਰ ਲਿਆ। ਕਰੋ ਅਰਦਾਸ ਗਾਉ ਕਿਛ ਬਾਕੀ, ਲੇਹੋ ਨਿਬੇਰ ਆਜ ਕੀ ਰਾਤੀ। ਅਗਲੀ ਪੰਕਤੀ ਬੜੀ ਕਮਾਲ ਦੀ ਹੈ। ਨਾਲ ਆਖਦੇ ਨੇ ਕਿ ਕਿਛ ਵੀ ਖਰਚ ਤੁਮਾਰਾ ਸਾਰੋਂ, ਕੁਝ ਤੁਹਾਨੂੰ ਵੀ ਖਰਚਾ ਪਾਣੀ ਦੇ ਦਿਆਂਗਾ। ਮੇਰੇ ਕੋਲ ਬੜਾ ਧਨ ਆਣਾ ਹੈ, ਜੋ ਮੈਂ ਲੇਖਾ ਜੋਖਾ ਕਰਾਂਗਾ, ਬੜਾ ਧਨ ਆਣਾ ਹੈ, ਮੈਂ ਤੁਹਾਡੇ ਵਿੱਚ ਚਾਹ ਪਾਣੀ ਦਾ ਪ੍ਰਬੰਧ ਕਰ ਦਿਆਂਗਾ। ਆਖਦੇ ਨੇ ਕਿ ਲੇਹੋ ਨਿਬੇਰ ਆਜ ਕੀ ਰਾਤੀ, ਤੁਝ ਵੀ ਖਰਚ ਤੁਮਾਰਾ ਸਾਰੋਂ। ਸੁਬਹ ਨਿਵਾਜ ਸਰਾਏ ਗੁਜ਼ਾਰੋਂ। ਤੇ ਸੁਬਹ ਨਿਵਾਜ ਇਹ ਨਹੀਂ ਕਿ ਮੈਂ ਹੁਣ ਪ੍ਰਭੂ ਦੀ ਭਗਤੀ ਕਰ ਲਵਾਂ, ਮੈਂ ਹੁਣ ਪਾਠ ਕਰ ਲਿਆ, ਨਹੀਂ। ਸੁਬਹ ਨਿਵਾਜ ਸਰਾਏ ਗੁਜ਼ਾਰੋਂ, ਸੁਬਹ ਤੁਰਨ ਵੇਲੇ ਜੋ ਤੁਸੀਂ ਲੈ ਕੇ ਜਾਓਗੇ ਰਸਤੇ ਅੰਦਰ ਮੈਂ ਪਾਠ ਕਰ ਲਿਆਂਗਾ। ਹੁਣ ਮੇਰੇ ਕੋਲ ਟਾਈਮ ਨਹੀਂ ਹੈ, ਕੁਝ ਮੈਨੂੰ ਟਾਈਮ ਦਿਓ, ਮੈਂ ਜਿਹੜਾ ਖਰਚਾ ਚੱਲ ਲੈਣਾ ਹੈ ਉਹ ਹਿਸਾਬ ਕਿਤਾਬ ਕਰਕੇ ਆ ਜਾਵਾਂ। ਮਹਾਰਾਜ ਆਖਦੇ ਨੇ ਕਿ ਅਖੀਰਲਾ ਵੇਲਾ ਆ ਗਿਆ, ਅਜੇ ਵੀ ਦੁਨੀਆ ਦੇ ਪਦਾਰਥਾਂ ਅੰਦਰ ਇਹ ਜੀਵ ਰੁੱਝਿਆ ਹੋਇਆ ਹੈ। ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ। ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਆ, ਜਾਂ ਜਮ ਪਕੜ ਚਲਾਇਆ। ਝੂਠਾ ਰੁਦਨ ਹੁਆ ਦੁਆਲੇ, ਖਿਨ ਮੈਂ ਪਿਆ ਪਰਿਆ। ਬਸ ਕੇਵਲ ਝੂਠਾ ਰੁਦਨ ਹੋਇਆ, 4 ਦਿਨ ਰੋਣਾ ਹੋਇਆ, ਉਸ ਤੋਂ ਬਾਅਦ ਕੋਈ ਉਹਨੂੰ ਯਾਦ ਨਹੀਂ ਕਰਦਾ।
पर सतगुरु महाराज आखते हैं कि परमेश्वर की पूंजी है। उस मालिक ने जदों ये सवासां की पूंजी लै लई, किसी का जोर नहीं। इतिहास की गल करके मैं समाप्ति वाल होवांगा। महात्मा बुद्ध कोल अंब के दरख्त के थले बैठे हुए ने एक इस्त्री का नाम गौतमी है। छोटे बच्चे लैके आई तो आखन लगी, महात्मा जी बड़ा कुरलाई, बड़ा रोए कि मेरे बच्चे नूं किसी ढंग दे नाल बचा लियो। साखी तुहानूं सारिआं नूं याद है, मैं केवल टूक मार्च अर्ज करनी है। महात्मा कहन लगे, तेरी अरदास ये बेनती असीं प्रवान तां करांगे, उस घर दे विचों सरों दे दाणे लैके आ जिस घर दे विच अजे तक कोई संसार दे चों गया ना होए। वो गई घरां दे विच, पिंड दे विच एक घर, दो घर, तीन घर, सारा पिंड छाण के आ गई। एक बुजुर्ग मिले, आखन लगा, बेटा तू भावें ये पिंड की जितने मर्जी पिंडां दे विच घुम्मी जाए, ऐसा दुनिया दे विच कोई घर है ही नहीं जिथे संसार दे चों परिवार दे चों जीव ना गया होए। ये सच्चाई है। वापस महात्मा बुद्ध दे कोल आई, आखन लगी, महात्मा जी इस पिंड दे अंदर ते कोई ऐसा घर है ही नहीं जिस दे विचों कोई परिवार दा जी ना गया होए। महात्मा बुद्ध कहन लगे, इस पिंड ही नहीं, इस दुनिया दे विच ऐसा कोई घर नहीं। ते उन्हां घरां दे विच अज तेरा घर भी शामिल हो गया है। जो संसार की सच्चाई है। पर भाई साहब भाई वीर सिंह जी कहते हैं कि अरशां दे विचों बारिश पई, बहुत बूंदा पईयां, असंख्या ही बूंदा पईयां ते एक बूंद आके दरख्त दे उपर आके टिक गई। हुण देखो ना, उस कवि नूं उहदे देखण दा नज़रिया ही वखरा है। ते भाई साहब भाई वीर सिंह कहते हैं कि दरख्त के उपर वो जो बूंद पई है, मैं उस बूंद के कोल गया ते उस बूंद नूं सवाल किया, की गल तू इस दरख्त के पत्ते के उपर बैठी हुई की देख रही है? ते बूंद ने बड़ा सोहना जवाब दिता, आखन लगी, जदों असी आसमान दे विचों इकट्ठे रूप दे बूंदां दे धरती दे उपर आईयां हां, मेरियां वर्गियां असंख्या ही बूंदां इस धरती दे उपर आईयां, मैं अज दरख्त के पत्ते के उपर बैठी हुई उन्हां बूंदां नूं देख रही हां जिहड़ियां मेरियां नाल आईयां सन। वो जमीन के हिरदे दे जाके टिकियां ते उन्हां दी कोई होंद ही नहीं, वो मैनूं नज़र नहीं आ रही हां। मैं बार बार देख रही हां कि किधरे नज़र आ जाए। भाई वीर सिंह जी आखते हैं कि इसे तरह संसार जीव दे जगत विच आए ने, वो संसार दे जो अपना जीवन गुजार के सफर करके संसार तो चले गए ने, जिन्हों कबीर साहब इस तरह आखते हैं कि नैनो देखत यह जग जाई, अखां दे नाल देखदियां होयां जो पिछे मेरे नाल सन, मेरे तो बाद संसार दे आए वो भी चले गए, जिहड़े नाल सन वो भी चले गए, जिहड़े वड्डे सन वो भी चले गए। कि नैनो देखत यह जग जाई, अखां नाल देखदियां होयां ये जगत मैनूं तुरदा होया नज़र आ रहा है। पर जे संसार च आके परमात्मा की भगती नहीं की ते बाबा फरीद साहब आखते हैं कि बुढ़ा होआ शेख फरीद कंबण लगी दे। हुण देह भी कंबण लग पई है। जे 100 वरियां जीवना पी तन होसी खे, संत मस्कीन जी क्या करते सन, मिट्टी ने मिट्टी तक सफर किया, मिट्टी तो खुराक बनी, खुराक तो खून दियां बूंदां बनियां, ते खून दियां बूंदां तो माता के गर्भ के अंदर वो जीव आके टिकदा है, मास्ता लोथड़ा है। फिर वो बचपन दे विच आया, फिर वो जवानी दे विच आया, फिर वो बुढ़ेपे विच आया, ते बुढ़ेपे तो बाद लावी लुणिया खेत, अखीर वो संसार दे चों कूच करके चला गया। अपने अपने धर्म के मुताबिक किसी ने संस्कार किया, किसी ने दफना दिता, अखीर वो मिट्टी हो गया। मिट्टी की यात्रा मिट्टी तक पहुंची, पर यह जे तेरी आत्मा जड़ी है वो मिट्टी तक पहुंचने तो पहला आत्मा परमात्मा का रूप हो जाए। जिस जिन तो संसार तो आया है, जिन्हों महाराज आखते हैं कि मन तू जोत स्वरूप है, मन तू जोत स्वरूप है, परमात्मा का ही अंश है। अपना मूल पछाण
तेरी आत्मा परमात्मा का रूप हो जाए। ਜਦੋਂ तक मिट्टी की यात्रा मिट्टी तक पहुंचनी है। बाबा फरीद साहब ने फिर कहा, वो आखन लगे बुढ़ा होवा शेख फरीद, कि हुण बुढ़ा हो गया शेख फरीद। ते ये केवल बाबा बुढ़ा फरीद साहब की हालत नहीं, वो सारे जीवां दी है। क्योंकि परथाए साखी महापुरख बोलते सांझी सगल जहान है, ये सारिਆਂ ਲਈ ਸਾਂਝਾ उपदेश है। बुढ़ा हुआ शेख फरीद कंबण लगी दे, जे 100 वरियां जीवना, जे दुनिया के पदार्थां दियां गंदलां अंदर ही रुझिया रहे, ते जे 100 वरियां भी जी ले, पीतन होसी खे, एक दिन तेने खे हो जाना है, मिट्टी हो जाना है। उस तो पहला निरंकार परमात्मा की भरकी करके रब का नाम जप के परमात्मा का रूप तो हो जाए। सतगुर कृपा करन बोलदियां बेअंत भुला गुरु समर्थ है, संगत बख्शन जो